Good morning, students. Today we are going to continue our next topic of the first chapter. The name of chapter is Meaning and Objective of Accounting. So, ਅੱਜ ਦੇ ਇਸ concept ਦੇ ਵਿੱਚ accounting ਦਾ meaning, definition ਔਰ features ਜਿਹੜੇ ਉਹ cover ਹੋਣਗੇ. First of all ਦੇਖੋ, what do you mean by accounting? Accounting ਨੂੰ ਪੰਜਾਬੀ ਦੇ ਵਿੱਚ ਲੇਖਾ ਬੋਲਿਆ ਜਾਂਦਾ ਹੈ. ਠੀਕ ਹੈ, ਅਕਾਊਂਟਿੰਗ ਆ ਜਿਹੜੀ ਉਹ ਇੱਕ ਐਕਸਟੈਂਸ਼ਨ ਪਾਰਟ ਆ, ਕਹਿ ਸਕਦੇ ਹਾਂ ਕਿ ਸੈਕਿੰਡ ਫੇਸ ਆ ਜਿਹੜਾ ਉਹ ਬੁੱਕ ਕੀਪਿੰਗ ਦਾ ਮੰਨਿਆ ਜਾਂਦਾ ਹੈ। ਮਤਲਬ ਕਿ ਬੁੱਕ ਕੀਪਿੰਗ ਆ ਜਿਹੜੀ ਉਹ ਫਸਟ ਸਟੇਜ ਆ ਔਰ ਅਕਾਊਂਟਿੰਗ ਆ ਜਿਹੜੀ ਉਸ ਤੋਂ ਨੈਕਸਟ ਲੈਵਲ ਆ, ਨੈਕਸਟ ਪਾਰਟ ਆ ਉਸ ਚੀਜ਼ ਦਾ। ਅਕਾਊਂਟਿੰਗ ਦਾ ਜਿਹੜਾ ਮੇਨ ਏਮ ਹੋਏਗਾ, ਮਕਸਦ ਕੀ ਹੋਏਗਾ ਵੀ ਚੀਜ਼ਾਂ ਨੂੰ ਰਿਕਾਰਡ ਕਰਨਾ, ਠੀਕ ਹੈ, ਫਿਰ ਉਹਨਾਂ ਨੂੰ ਅਲੱਗ-ਅਲੱਗ ਜਗ੍ਹਾ 'ਤੇ ਕਲਾਸੀਫਾਈ ਕਰ ਦੇਣਾ। ਦੈਨ ਫਿਰ ਉਸ ਕਲਾਸੀਫਾਈ ਕੀਤੀਆਂ ਹੋਈਆਂ ਵੈਲਿਊਜ਼ ਨੂੰ, ਉਹਨਾਂ ਕਲਾਸੀਫਾਈ ਡਿਵਾਈਡ ਕੀਤੀਆਂ ਹੋਈਆਂ ਵੈਲਿਊਜ਼ ਤੋਂ ਇੱਕ ਸਮਰੀ ਤਿਆਰ ਕਰਨੀ ਹੈ, ਇੱਕ ਸਮਰਾਈਜ਼ ਕਰਨਾ। ਬਿਜ਼ਨਸ ਦੀਆਂ ਟ੍ਰਾਂਜੈਕਸ਼ਨਸ ਨੂੰ ਸਮਰਾਈਜ਼ ਕਰਨ ਦਾ ਮਤਲਬ ਹੁੰਦਾ ਕਿ ਉਹਨਾਂ ਦਾ ਇੱਕ ਸਾਰ ਜਿਹੜਾ ਉਹ ਕੱਢ ਕੇ ਲਿਆਉਣਾ ਵੀ ਬਿਜ਼ਨਸ ਨੂੰ ਪ੍ਰੋਫਿਟ ਹੋ ਰਿਹਾ ਜਾਂ ਕੋਈ ਲਾਸ ਹੋ ਰਿਹਾ। ਠੀਕ ਹੈ, ਜੋ ਵੀ ਬਿਜ਼ਨਸ ਦੇ ਵਿੱਚ ਟ੍ਰਾਂਜੈਕਸ਼ਨਸ ਹੋ ਰਹੀਆਂ ਉਹਨਾਂ ਨੂੰ ਇਸ ਤਰੀਕੇ ਨਾਲ ਬਾਹਰ ਲੈ ਕੇ ਆਉਣਾ ਕਿ ਬਿਜ਼ਨਸ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇ। ਇੱਕ ਯੂਜ਼ਫੁਲ ਮੈਨਰ ਦੇ ਵਿੱਚ ਸਾਰੇ ਰਿਕਾਰਡਸ ਨੂੰ ਕਲਾਸੀਫਾਈ ਕਰਨਾ, ਰਿਕਾਰਡ ਕਰਨਾ ਔਰ ਸਮਰਾਈਜ਼ ਕਰਨਾ, ਇਹੀ ਸਾਰੀਆਂ ਚੀਜ਼ਾਂ ਜਿਹੜੀਆਂ ਅਕਾਊਂਟਿੰਗ ਦੇ ਵਿੱਚ ਇਨਵੋਲਵ ਹੁੰਦੀਆਂ। ਸੈਕਿੰਡ 'ਤੇ ਅਸੀਂ ਕਹਿ ਸਕਦੇ ਹਾਂ ਵੀ ਅਕਾਊਂਟਿੰਗ ਆ ਜਿਹੜੀ ਇੱਕ ਆਰਟ ਆ, ਠੀਕ ਹੈ, ਜੋ ਕਿ ਡੈਫੀਨੇਸ਼ਨ ਦੇ ਵਿੱਚ ਕਲੀਅਰ ਹੋ ਰਿਹਾ ਕਿ ਅਕਾਊਂਟਿੰਗ ਆ ਜਿਹੜੀ ਇੱਕ ਕਲਾ ਹੈ, ਇੱਕ ਆਰਟ ਆ, ਜਿਹਦੇ ਵਿੱਚ ਅਸੀਂ ਚੀਜ਼ਾਂ ਨੂੰ ਰਿਕਾਰਡ ਕਰ ਰਹੇ ਹਾਂ, ਲਿਖ ਰਹੇ ਹਾਂ, ਠੀਕ ਹੈ, ਉਹਨਾਂ ਨੂੰ ਕਲਾਸੀਫਾਈ ਕਰ ਰਹੇ ਹਾਂ, ਉਹਨਾਂ ਨੂੰ ਅਲੱਗ-ਅਲੱਗ ਜਗ੍ਹਾ 'ਤੇ ਉਹਨਾਂ ਦੀ ਅਲੱਗ-ਅਲੱਗ ਜਿਹੜੇ ਕੋਲਮਸ ਆ ਉਹਦੇ ਵਿੱਚ ਲੈ ਕੇ ਜਾ ਰਹੇ ਹਾਂ। ਕਲਾਸੀਫਾਈ ਦੇ ਵਿੱਚ ਕੀ ਹੋ ਸਕਦਾ ਕਿ ਜਿਵੇਂ ਆਪਾਂ ਪਹਿਲਾਂ ਦੇਖਿਆ ਸੀਗਾ ਕਿ ਸੇਲ ਵੈਲਿਊਜ਼ ਨੂੰ ਸੇਲ ਵਾਲੇ ਕੋਲਮ 'ਚ ਡਿਵਾਈਡ ਕਰ ਸਕਦੇ ਹਾਂ, ਜਿਹੜੀਆਂ ਪਰਚੇਜ਼ ਦੀਆਂ ਵੈਲਿਊਜ਼ ਆ ਉਹਨਾਂ ਨੂੰ ਪਰਚੇਜ਼ ਵਾਲੀ ਸਾਈਡ 'ਤੇ ਕਲਾਸੀਫਾਈ ਕਰ ਸਕਦੇ ਹਾਂ। ਦੈਨ ਸਮਰਾਈਜ਼ ਕਰਨਾ, ਉਹਨਾਂ ਦਾ ਸਾਰ ਲੈ ਕੇ ਆਉਣਾ ਇੱਕ ਇੱਦਾਂ ਦੇ ਮੈਨਰਸ ਦੇ ਵਿੱਚ ਜੋ ਕਿ ਮਨੀ ਦੇ ਨਾਲ ਜੁੜੀਆਂ ਹੋਣ, ਇੱਦਾਂ ਦੀ ਟਰਮ ਦੇ ਵਿੱਚ ਉਹਨਾਂ ਨੂੰ ਲੈ ਕੇ ਆਉਣਾ ਜੋ ਸਿਰਫ ਮਨੀ ਦੇ ਨਾਲ ਰਿਲੇਟ ਕਰਦੀਆਂ ਹੋਣ। ਬਿਜ਼ਨਸ ਦੇ ਵਿੱਚ ਜਦੋਂ ਵੀ ਅਕਾਊਂਟਿੰਗ ਦੇ ਕੋਈ ਵੀ ਕੰਸੈਪਟ ਰੈਡੀ ਕੀਤੇ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਵੀ ਕਿੰਨੀਆਂ ਜ਼ਿਆਦਾ ਵੈਲਿਊਜ਼ ਆ ਜਿਹੜੀਆਂ ਉਹ ਮਨੀ ਦੇ ਨਾਲ ਕੀਤੀਆਂ ਗਈਆਂ, ਕਿਉਂਕਿ ਅਕਾਊਂਟਿੰਗ ਆ ਜਿਹੜੀ ਉਹ ਸਿਰਫ ਮਨੀ ਟ੍ਰਾਂਜੈਕਸ਼ਨਸ ਨੂੰ ਹੀ ਰਿਕਾਰਡ ਕਰਦੀ ਆ। ਇਹਦੇ ਵਿੱਚ ਓਨਲੀ ਫਾਈਨੈਂਸ਼ੀਅਲ ਕਰੈਕਟਰਸ ਆ ਜਿਹੜੇ ਉਹ ਰਿਕਾਰਡ ਹੁੰਦੇ ਆ, ਜਾਂ ਜਿਹੜੇ ਮਨੀ ਦੇ ਟਰਮ ਦੇ ਵਿੱਚ ਹੋਣ ਉਹਨਾਂ ਵੈਲਿਊਜ਼ ਨੂੰ ਹੀ ਰਿਕਾਰਡ ਕੀਤਾ ਜਾਂਦਾ। ਸੋ ਇਹ ਜਿਹੜਾ ਅਕਾਊਂਟਿੰਗ ਟ੍ਰਾਂਜੈਕਸ਼ਨਸ ਆ ਉਹ ਇੱਕ ਆਰਟ ਆ ਚੀਜ਼ਾਂ ਨੂੰ ਰਿਕਾਰਡ ਕਰਨ ਦਾ, ਕਲਾਸੀਫਾਈ ਕਰਨ ਦਾ, ਔਰ ਇਹਦੇ ਵਿੱਚ ਉਹੀ ਟ੍ਰਾਂਜੈਕਸ਼ਨਸ ਰਿਕਾਰਡ ਹੋਣਗੀਆਂ ਜਿਨ੍ਹਾਂ ਦਾ ਕਿਤੇ ਨਾ ਕਿਤੇ ਕੋਈ ਫਾਈਨੈਂਸ਼ੀਅਲ ਆਸਪੈਕਟ ਹੈ ਜਾਂ ਫਾਈਨੈਂਸ਼ੀਅਲ ਕਰੈਕਟਰ ਹੈ, ਜਾਂ ਜਿਹੜੀਆਂ ਮਨੀ ਦੀ ਟਰਮ ਦੇ ਵਿੱਚ ਅਸੀਂ ਐਕਸਪ੍ਰੈਸ ਕਰ ਸਕਦੇ ਹਾਂ। ਠੀਕ ਹੈ, ਇਸ ਤੋਂ ਬਾਅਦ ਹੋਣਗੀਆਂ ਵਿਸ਼ੇਸ਼ਤਾਵਾਂ। ਹੁਣ ਅਕਾਊਂਟਿੰਗ ਦੇ ਵਿੱਚ ਕਿਹੜੇ ਫੀਚਰਸ ਹੋਣਗੇ, ਫੀਚਰਸ ਨੂੰ ਅਸੀਂ ਕੰਮ ਵੀ ਬੋਲ ਸਕਦੇ ਹਾਂ। ਠੀਕ ਹੈ, ਕਿਹੜੀ ਵਰਕਿੰਗ ਹੁੰਦੀ ਆ ਅਕਾਊਂਟਿੰਗ ਦੀ। ਅਕਾਊਂਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਚੀਜ਼ਾਂ ਨੂੰ ਰਿਕਾਰਡ ਕੀਤਾ ਜਾਂਦਾ। ਮੇਨ ਮੋਟਿਵ ਹੀ ਅਕਾਊਂਟਿੰਗ ਜਿਹੜੇ ਕੰਸੈਪਟ ਆ ਉਹਨਾਂ ਨੂੰ ਪ੍ਰਪੇਅਰ ਕਰਨ ਦਾ ਕਿ ਇਹਦੇ ਵਿੱਚ ਵੈਲਿਊਜ਼ ਨੂੰ ਰਿਕਾਰਡ ਕੀਤਾ ਜਾ ਸਕੇ, ਲਿਖਿਆ ਜਾ ਸਕੇ, ਕਿਉਂਕਿ ਲਾਅ ਦੇ ਅਕੋਰਡਿੰਗ ਜਿਹੜੀਆਂ ਵੈਲਿਊਜ਼ ਰਿਕਾਰਡ ਕੀਤੀਆਂ ਹੋਣਗੀਆਂ ਉਹਨਾਂ ਨੂੰ ਅਸੀਂ ਐਜ਼ ਅ ਐਵੀਡੈਂਸ ਕੋਰਟ ਦੇ ਵਿੱਚ ਪ੍ਰੂਫ ਕਰ ਸਕਦੇ ਹਾਂ। ਸੋ ਆਲਵੇਜ਼ ਜਦੋਂ ਵੀ ਬਿਜ਼ਨਸ ਨੂੰ ਰੈਡੀ ਕੀਤਾ ਜਾਂਦਾ ਜਾਂ ਬਿਜ਼ਨਸ ਨੂੰ ਸਟਾਰਟ ਕੀਤਾ ਜਾਂਦਾ, ਫਸਟ ਆਫ ਆਲ ਬੁੱਕਸ ਆਫ ਅਕਾਊਂਟਸ ਆ ਜਿਹੜੀ ਉਹਨਾਂ ਨੂੰ ਸਟਾਰਟ ਕੀਤਾ ਜਾਂਦਾ ਤਾਂ ਕਿ ਹਰ ਇੱਕ ਟ੍ਰਾਂਜੈਕਸ਼ਨ ਆ ਜਿਹੜੀ ਉਹ ਰਿਕਾਰਡ ਕੀਤੀ ਜਾ ਸਕੇ, ਡੇਲੀ ਦਾ ਜਿਹੜਾ ਕੰਮ ਆ ਉਹਨੂੰ ਲਿਖਿਆ ਜਾ ਸਕੇ। ਸੋ ਦੇਖੋ, ਇਟ ਇਜ਼ ਮੈਂਡੇਟਰੀ ਟੂ ਰਿਕਾਰਡ ਆਲ ਬਿਜ਼ਨਸ ਟ੍ਰਾਂਜੈਕਸ਼ਨਸ ਔਨ ਡੇਲੀ ਬੇਸਿਸ। ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਬਿਜ਼ਨਸ ਦੀਆਂ ਜਿੰਨੀਆਂ ਵੀ ਟ੍ਰਾਂਜੈਕਸ਼ਨਸ ਆ ਉਹਨਾਂ ਨੂੰ ਡੇਲੀ ਬੇਸਿਸ 'ਤੇ ਰਿਕਾਰਡ ਕੀਤਾ ਜਾ ਸਕੇ। ਬਟ ਅਕਾਊਂਟਿੰਗ ਦੇ ਵਿੱਚ ਕਹਿੰਦੇ ਸਿਰਫ ਉਹੀ ਚੀਜ਼ਾਂ ਰਿਕਾਰਡ ਕੀਤੀਆਂ ਜਾ ਸਕਦੀਆਂ ਜਿਨ੍ਹਾਂ ਨੂੰ ਅਸੀਂ ਪੈਸੇ ਦੇ ਨਾਲ ਦਰਸਾ ਸਕਦੇ ਹਾਂ, ਜਿਨ੍ਹਾਂ ਨੂੰ ਅਸੀਂ ਐਕਸਪ੍ਰੈਸ ਕਰ ਸਕਦੇ ਹਾਂ। ਠੀਕ ਹੈ, ਕਿਸ ਟਰਮ ਦੇ ਵਿੱਚ? ਮਨੀ ਦੀ ਟਰਮ ਦੇ ਵਿੱਚ, ਮਨੀ ਵੈਲਿਊਜ਼ ਦੇ ਵਿੱਚ। ਠੀਕ ਹੈ, ਉਹੀ ਚੀਜ਼ਾਂ ਰਿਕਾਰਡ ਹੋਣਗੀਆਂ। ਸੋ ਫਸਟ ਕੀ ਹੋਏਗਾ ਵੀ ਵੈਲਿਊਜ਼ ਨੂੰ ਰਿਕਾਰਡ ਕਰਨਾ। ਸੈਕਿੰਡ ਹੋਏਗਾ ਚੀਜ਼ਾਂ ਨੂੰ ਕਲਾਸੀਫਾਈ ਕਰਨਾ। ਕਲਾਸੀਫਾਈ ਕਰਨਾ ਮਤਲਬ ਕਿ ਵਰਗੀਕਰਨ ਕਰਨਾ, ਅਲੱਗ-ਅਲੱਗ ਗਰੁੱਪਿੰਗ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਣਾ। ਠੀਕ ਹੈ, ਕਲਾਸੀਫਾਈਂਗ ਮੀਨ ਗਰੁੱਪਿੰਗ ਦਾ ਟ੍ਰਾਂਜੈਕਸ਼ਨ ਆਫ ਸੇਮ ਨੇਚਰ ਆਫ ਦਾ ਸੇਮ ਅਕਾਊਂਟ ਐਟ ਵਨ ਪਲੇਸ। ਇੱਕੋ ਟਾਈਮ 'ਤੇ ਅਲੱਗ-ਅਲੱਗ ਨੇਚਰ ਦੀਆਂ ਟ੍ਰਾਂਜੈਕਸ਼ਨਸ ਨੂੰ ਅਲੱਗ-ਅਲੱਗ ਗਰੁੱਪ ਦੇ ਵਿੱਚ ਕਲਾਸੀਫਾਈ ਕਰ ਦੇਣਾ। ਠੀਕ ਹੈ, ਹੁਣ ਇਹਦੇ ਵਿੱਚ ਐਗਜ਼ਾਮਪਲ ਦਿੱਤੀ ਜਾ ਸਕਦੀ ਹੈ ਕਿ ਜਿਹੜੀਆਂ ਵੈਲਿਊਜ਼ ਤਾਂ ਹੈਗੀਆਂ ਪਰਚੇਜ਼ ਦੀਆਂ, ਠੀਕ ਹੈ, ਉਹਨਾਂ ਨੂੰ ਪਰਚੇਜ਼ ਦੇ ਕੋਲਮ ਦੇ ਵਿੱਚ ਕਲਾਸੀਫਾਈ ਕੀਤਾ ਜਾ ਸਕਦਾ। ਜਿਹੜੀਆਂ ਵੈਲਿਊਜ਼ ਸੇਲ ਦੀਆਂ ਹੋਣਗੀਆਂ ਉਹਨਾਂ ਨੂੰ ਸੇਲ ਦੇ ਕੋਲਮ ਦੇ ਵਿੱਚ ਕਲਾਸੀਫਾਈ ਕੀਤਾ ਜਾ ਸਕਦਾ। ਠੀਕ ਹੈ, ਜਾਂ ਜਿਹੜੀਆਂ ਵੈਲਿਊਜ਼ ਅਸੀਂ ਕ੍ਰੈਡਿਟ 'ਤੇ ਬੋਲਦੇ ਹਾਂ, ਕ੍ਰੈਡਿਟ ਦਾ ਮਤਲਬ ਹੁੰਦਾ ਉਧਾਰ।
ਠੀਕ ਹੈ। ਇਹ ਸਾਰੀਆਂ ਚੀਜ਼ਾਂ ਨੂੰ ਅਲੱਗ-ਅਲੱਗ ਜਗ੍ਹਾ 'ਤੇ ਕਲਾਸੀਫਾਈ ਕੀਤਾ ਜਾ ਸਕਦਾ, ਸੇਮ ਨੇਚਰ ਦੀਆਂ, ਠੀਕ ਹੈ, ਅਲੱਗ-ਅਲੱਗ ਕਾਲਮਸ ਦੇ ਵਿੱਚ ਕਲਾਸੀਫਾਈ ਕੀਤੀਆਂ ਜਾ ਸਕਦੀਆਂ। ਇਸ ਤੋਂ ਬਾਅਦ ਹੋਏਗਾ ਥਰਡ ਪੁਆਇੰਟ, ਸਮਰਾਈਜ਼ਿੰਗ। ਸਮਰਾਈਜ਼ਿੰਗ ਦਾ ਮਤਲਬ ਹੁੰਦਾ ਕਿ ਚੀਜ਼ਾਂ ਦਾ ਇੱਕ ਸਾਰ ਲੈ ਕੇ ਆਉਣਾ, ਰਿਜ਼ਲਟ ਲੈ ਕੇ ਆਉਣਾ ਕਿਸੇ ਵੀ ਪਰਫੋਰਮੈਂਸ ਦਾ, ਕਿਸੇ ਵੀ ਟਾਈਮ ਦਾ, ਕਿਸੇ ਵੀ ਕੀਤੇ ਹੋਏ ਕੰਮ ਦਾ, ਠੀਕ ਹੈ। ਸੋ ਦੇਖੋ, ਸਮਰਾਈਜ਼ਿੰਗ ਇਜ਼ ਦਾ ਆਰਟ ਆਫ ਕੰਡੈਂਸਿੰਗ ਦਾ ਰਿਕਾਰਡਡ ਇਨਫੋਰਮੇਸ਼ਨ ਇਨ ਮੈਨਰ, ਕਿ ਹਰੇਕ ਇਨਫੋਰਮੇਸ਼ਨ ਦੀ ਇੱਕ ਸਮਰੀ ਲੈ ਕੇ ਆਉਣੀ, ਇੱਕ ਆਰਟ ਜਿਹੜਾ ਇੱਕ ਸਾਰ ਲੈ ਕੇ ਆਉਣਾ, ਉਹ ਇੱਕ ਆਰਟ ਮੰਨ ਕੇ ਚੱਲਦੇ ਆ, ਕਿਉਂਕਿ ਇਹ ਕਲਾ ਹੀ ਮੰਨੀ ਜਾਂਦੀ ਹੈ ਕਿ ਹਰੇਕ ਇਨਫੋਰਮੇਸ਼ਨ ਨੂੰ ਕੈਲਕੂਲੇਟ ਕਰਨਾ, ਫਿਰ ਉਹਦੇ ਪ੍ਰੋਫਿਟ ਐਂਡ ਲੋਸ ਦਾ ਪਤਾ ਕਰਨਾ, ਕੋਈ ਫਾਇਦਾ ਹੋ ਰਿਹਾ, ਨੁਕਸਾਨ ਹੋ ਰਿਹਾ, ਇਹ ਸਾਰੀਆਂ ਚੀਜ਼ਾਂ ਨੂੰ ਕਰਨ ਦਾ ਜਿਹੜਾ ਕੰਸੈਪਟ ਆ ਉਹਨੂੰ ਅਸੀਂ ਸਮਰਾਈਜ਼ਿੰਗ ਕਹਿ ਸਕਦੇ ਹਾਂ, ਠੀਕ ਹੈ। ਤਾਂ ਕਿ ਸਾਡੇ ਕੋਲ ਕੋਈ ਵੀ ਰਿਜ਼ਲਟ ਆ ਜਿਹੜਾ ਮਿਲ ਸਕੇ, ਜੋ ਕੰਮ ਪਹਿਲਾਂ ਕੀਤਾ ਹੋਇਆ ਜਿਹਨੂੰ ਅਸੀਂ ਪਰਫੋਰਮੈਂਸ ਕਹਿੰਦੇ ਹਾਂ, ਠੀਕ ਹੈ। ਕਿਸੇ ਟਾਈਮ ਪੀਰੀਅਡ ਦੀ ਗੱਲ ਹੋ ਸਕਦੀ ਹੈ, ਕਿਸੇ ਈਅਰ ਦੀ ਗੱਲ ਹੋ ਸਕਦੀ ਆ, ਉਹਨਾਂ ਸਾਰੀਆਂ ਚੀਜ਼ਾਂ ਦਾ ਮੇਨ ਔਰ ਜਿਹੜਾ ਲੀਸਟ ਮੋਟਿਵ ਹੋਊਗਾ ਉਹ ਹੋਊਗਾ ਪ੍ਰੋਫਿਟ, ਜਿਹੜਾ ਉਹਨਾਂ ਨੇ ਅੰਡਰਸਟੈਂਡ ਕਰਨਾ ਕਿ ਕਿੰਨਾ ਪ੍ਰੋਫਿਟ ਹੋਇਆ, ਕਿੰਨਾ ਬਿਜ਼ਨਸ ਨੂੰ ਫਾਈਨੈਂਸ਼ੀਅਲ ਜਿਹੜੀ ਆ ਬੈਨੀਫਿਟਸ ਹੋਏ ਆ, ਕਿੰਨੇ ਬਿਜ਼ਨਸ ਦੇ ਵਿੱਚ ਜਿਹੜੇ ਉਹਨਾਂ ਕੋਲੇ ਪ੍ਰੋਫਿਟ ਜਿਹੜੇ ਗੇਨ ਹੋਏ ਆ। ਮੇਨ ਔਰ ਲੀਸਟ ਮੋਟਿਵ ਇਹਨਾਂ ਦਾ ਇਹ ਹੁੰਦਾ ਸਮਰਾਈਜ਼ਿੰਗ ਕਰਨ ਦਾ, ਵੀ ਇੱਕ ਐਸਟੀਮੇਟ ਕ੍ਰੀਏਟ ਕਰਦੇ ਵੀ ਬਿਜ਼ਨਸ ਨੂੰ ਪ੍ਰੋਫਿਟ ਹੋ ਰਿਹਾ ਜਾਂ ਲੋਸ ਹੋ ਰਿਹਾ। ਇਹਨਾਂ ਸਟੇਟਮੈਂਟਸ ਨੂੰ ਇਸੇ ਲਈ ਬਣਾਇਆ ਜਾਂਦਾ ਤਾਂ ਕਿ ਸਾਨੂੰ ਕੈਲਕੂਲੇਸ਼ਨ ਕਰਨੀ ਈਜ਼ੀ ਹੋ ਜੇ, ਠੀਕ ਹੈ। ਕੈਲਕੂਲੇਸ਼ਨਸ ਨੂੰ ਈਜ਼ੀ ਕਰਨ ਦੇ ਵਾਸਤੇ ਸਮਰਾਈਜ਼ਿੰਗ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਅਕਾਊਂਟਿੰਗ ਦੇ ਵਿੱਚ, ਠੀਕ ਹੈ। ਇਸ ਤੋਂ ਬਾਅਦ ਹੈ ਇੰਟਰਪ੍ਰੀਟਿੰਗ। ਇੰਟਰਪ੍ਰੀਟ ਕਰਨਾ ਹੁੰਦਾ ਕਿਸੇ ਚੀਜ਼ ਨੂੰ, ਕਿਸੇ ਚੀਜ਼ ਦੀ ਵਿਆਖਿਆ ਕਰਨਾ, ਠੀਕ ਹੈ, ਐਕਸਪਲੇਨ ਕਰਨਾ। ਕਹਿੰਦੇ ਜਿਹੜੇ ਸਮਰਾਈਜ਼ਡ ਰਿਜ਼ਲਟ ਹੋਣਗੇ ਕਿਸੇ ਵੀ ਪਰਫੋਰਮੈਂਸ ਦੇ, ਉਹ ਤਾਂ ਹੀ ਐਕਸਪਲੇਨ ਕੀਤੇ ਜਾਣਗੇ ਅਗਰ ਅਸੀਂ ਅਲੱਗ-ਅਲੱਗ ਮੈਥਡ ਆ ਜਿਹੜੇ ਯੂਜ਼ ਕਰਾਂਗੇ। ਜਿਹੜੇ ਸਾਡੇ ਕੋਲੇ ਫਾਈਨੈਂਸ਼ੀਅਲ ਸਟੇਟਮੈਂਟਸ ਹੋਣਗੀਆਂ ਉਹਨਾਂ ਨੂੰ ਅਗਰ ਅਸੀਂ ਅਲੱਗ-ਅਲੱਗ ਜਿਹੜੀਆਂ ਟੈਕਨੀਕਸ ਜਿਹੜੀਆਂ ਹੋਣਗੀਆਂ ਅਕਾਊਂਟ ਦੀਆਂ, ਉਹਨਾਂ ਦੇ ਦੁਆਰਾ ਐਕਸਪਲੇਨ ਕਰਾਂਗੇ ਤਾਂ ਸਾਨੂੰ ਜਿਹੜਾ ਇੱਕ ਸਹੀ ਜਿਹੜਾ ਇੱਕ ਰਿਜ਼ਲਟ ਆ ਉਹ ਦੇਖਣ ਦੇ ਵਿੱਚ ਮਿਲੇਗਾ। ਸੋ ਸਾਡੇ ਕੋਲੇ ਕਹਿੰਦੇ ਅਕਾਊਂਟਿੰਗ ਦੇ ਵਿੱਚ ਬਹੁਤ ਸਾਰੇ ਵੇਜ਼ ਆ, ਬਹੁਤ ਸਾਰੇ ਤਰੀਕੇ ਆ ਜਿਹਦੀ ਮਦਦ ਦੇ ਨਾਲ ਅਸੀਂ ਜਿੰਨੇ ਵੀ ਸਾਡੇ ਅਕਾਊਂਟਸ ਦੇ ਰਿਜ਼ਲਟ ਆ ਉਹਨਾਂ ਨੂੰ ਐਕਸਪਲੇਨ ਕਰ ਸਕਦੇ ਹਾਂ। ਦੈਨ ਹੈ ਕਮਿਊਨੀਕੇਟਿੰਗ। ਕਮਿਊਨੀਕੇਟਿੰਗ ਦੇ ਵਿੱਚ ਕੀ ਆ ਜਾਂਦਾ ਵੀ ਜੋ ਸਾਡੀ ਬਿਜ਼ਨਸ ਦੀ ਪ੍ਰੋਪਰਟੀ, ਜੋ ਸਾਡਾ ਪ੍ਰੋਫਿਟ ਆਇਆ, ਜੋ ਸਾਡੇ ਰਿਜ਼ਲਟ ਆਇਆ, ਠੀਕ ਹੈ, ਜੋ ਪ੍ਰੋਫਿਟੇਬਿਲਿਟੀ ਹੁੰਦੀ ਹੈ ਬਿਜ਼ਨਸ ਦੀ, ਉਹਨੂੰ ਕਮਿਊਨੀਕੇਟ ਕੀਤਾ ਜਾਂਦਾ ਕਿਹਦੀ ਹੈਲਪ ਦੇ, ਕਿਸ ਚੀਜ਼ ਦੀ ਹੈਲਪ ਦੇ ਨਾਲ, ਪ੍ਰੋਫਿਟ ਦੀ ਮਦਦ ਦੇ ਨਾਲ ਜਾਂ ਲੋਸ ਦੀ ਮਦਦ ਦੇ ਨਾਲ, ਠੀਕ ਹੈ। ਪ੍ਰੋਫਿਟ ਐਂਡ ਲੋਸ ਇਕੱਲਾ ਨਹੀਂ ਆਊਗਾ, ਪ੍ਰੋਫਿਟ ਐਂਡ ਲੋਸ ਅਕਾਊਂਟ ਦੀ ਹੈਲਪ ਦੇ ਨਾਲ ਜਿਹੜੀਆਂ ਵੀ ਸਾਡੀਆਂ ਫਾਈਨੈਂਸ਼ੀਅਲ ਪੋਜੀਸ਼ਨਸ ਆ ਉਹਨਾਂ ਨੂੰ ਦੱਸਿਆ ਜਾਂਦਾ, ਉਹਨਾਂ ਦੀ ਡਿਸਕਸ਼ਨ ਹੈ ਜਿਹੜੀ ਉਹ ਕੀਤੀ ਜਾਂਦੀ ਆ। ਜਾਂ ਇਹ ਕਹਿ ਸਕਦੇ ਹਾਂ ਦਾ ਪ੍ਰੋਫਿਟੇਬਿਲਿਟੀ ਆਫ ਦਾ ਬਿਜ਼ਨਸ ਇਜ਼ ਕਮਿਊਨੀਕੇਟਡ throughout profit and loss account and the financial position of the business throughout the balance sheet। ਕਹਿੰਦੇ ਜੇ ਤਾਂ ਅਸੀਂ ਪ੍ਰੋਫਿਟ ਐਂਡ ਲੋਸ ਨੂੰ ਕੈਲਕੂਲੇਟ ਕਰਨਾ ਹੈ ਤਾਂ ਓਬਵੀਅਸ ਆ ਕਿ ਅਸੀਂ ਜਿਹੜੇ ਪ੍ਰੋਫਿਟ ਐਂਡ ਲੋਸ ਅਕਾਊਂਟਸ ਆ ਉਹਨਾਂ ਨੂੰ ਆਪਸ ਦੇ ਵਿੱਚ ਡਿਸਕਸ ਕਰ ਸਕਦੇ ਹਾਂ, ਉਹਨਾਂ ਦਾ ਜਿਹੜਾ ਸੰਚਾਰ ਆ ਉਹ ਕੀਤਾ ਜਾ ਸਕਦਾ ਹੈ। ਪਰ ਕਹਿੰਦੇ ਅਗਰ ਅਸੀਂ ਬਿਜ਼ਨਸ ਦੀ ਕੰਡੀਸ਼ਨ ਜਾਣਨਾ ਚਾਹੁੰਦੇ ਹਾਂ ਕਿ ਬਿਜ਼ਨਸ ਕਿਸ ਜਗ੍ਹਾ 'ਤੇ ਸਟੈਂਡ ਕਰ ਰਿਹਾ, ਬਿਜ਼ਨਸ ਨੂੰ ਪ੍ਰੋਫਿਟ ਹੋ ਰਿਹਾ ਜਾਂ ਬਿਜ਼ਨਸ ਨੂੰ ਲੋਸ ਹੋ ਰਿਹਾ, ਤਾਂ ਕਹਿੰਦੇ ਉਸ ਕੇਸ ਦੇ ਵਿੱਚ ਅਸੀਂ ਬੈਲੈਂਸ ਸ਼ੀਟ ਆ ਜਿਹੜੀ ਉਹ ਚੈੱਕ ਕਰ ਸਕਦੇ ਹਾਂ ਵੀ ਜੇ ਤਾਂ ਸਾਨੂੰ ਬੈਲੈਂਸ ਸ਼ੀਟ ਦੇ ਵਿੱਚ ਫਾਇਦਾ ਹੋ ਰਿਹਾ ਤਾਂ ਓਬਵੀਅਸ ਆ ਕਿ ਅਸੀਂ ਬਿਜ਼ਨਸ ਆ ਜਿਹੜਾ ਸਾਡਾ ਬਿਜ਼ਨਸ ਆ ਉਹ ਪ੍ਰੋਫਿਟ 'ਚ ਜਾ ਰਿਹਾ, ਅਗਰ ਨਹੀਂ ਇਟ ਮੀਨਸ ਕਿ ਬਿਜ਼ਨਸ ਆ ਜਿਹੜਾ ਉਹ ਲੋਸ 'ਚ ਜਾ ਰਿਹਾ, ਠੀਕ ਹੈ। ਸੋ ਇਹ ਤੁਹਾਡੇ ਫਸਟ 3 ਟੋਪਿਕਸ ਸੀਗੇ। ਹੁਣ ਜਿਹੜਾ ਨੈਕਸਟ ਟੋਪਿਕ ਕਰਨਾ ਹੈ ਉਹ ਹੋਏਗਾ ਤੁਹਾਡਾ ਡਿਸਟਿੰਕਸ਼ਨ ਬਿਟਵੀਨ ਬੁੱਕ ਕੀਪਿੰਗ ਐਂਡ ਅਕਾਊਂਟਿੰਗ। ਹੁਣ ਤੁਸੀਂ 2 ਕੰਸੈਪਟ ਪਹਿਲਾਂ ਕਰੀ ਆ, ਜਿਹਦੇ ਵਿੱਚ ਇੱਕ ਗੱਲ ਹੋਈ ਹੈ ਬੁੱਕ ਕੀਪਿੰਗ ਦੀ, ਠੀਕ ਹੈ, ਦੂਸਰੀ ਅੱਜ ਦੇ ਪੁਆਇੰਟ ਦੇ ਵਿੱਚ ਕਵਰ ਹੋਇਆ ਟੋਪਿਕ ਤੁਹਾਡਾ ਅਕਾਊਂਟਿੰਗ, ਠੀਕ ਹੈ। ਦੋਨੋਂ ਜਿਹੜੀਆਂ ਇਹ ਬੇਸਿਕ ਫਾਰਮਸ ਆ, ਠੀਕ ਹੈ, ਇਹ ਕਹਿ ਸਕਦੇ ਹਾਂ ਕਿ ਅਗਰ ਇੱਕ ਫਸਟ ਸਟੈਪ ਆ ਤਾਂ ਦੂਸਰੀ ਸੈਕਿੰਡ ਸਟੈਪ ਆ, ਦੋਨਾਂ ਦੇ ਵਿੱਚ ਤੁਸੀਂ ਡਿਫਰੈਂਸ ਦੇਖਣਾ ਹੈ ਕਿਉਂਕਿ ਬਹੁਤ ਜ਼ਿਆਦਾ ਕਨਫਿਊਜ਼ਨ ਰਹਿੰਦੀ ਆ ਕਿ ਅਕਾਊਂਟਿੰਗ ਕੀ ਆ, ਬੁੱਕ ਕੀਪਿੰਗ ਕੀ ਆ, ਔਰ ਕੁਛ ਕੀ ਕਰਦੇ ਆ ਇਹਨਾਂ ਦੋਨਾਂ ਨੂੰ ਸੇਮ ਕੰਸੈਪਟ ਮੰਨ ਲੈਂਦੇ ਆ। ਇਹ ਸਮਝਿਆ ਜਾਂਦਾ ਕਿ ਅਕਾਊਂਟਿੰਗ ਔਰ ਬੁੱਕ ਕੀਪਿੰਗ ਆ ਜਿਹੜੀ ਉਹ ਬਿਲਕੁਲ ਸੇਮ ਆ, ਕੋਈ ਇਹਨਾਂ ਦਾ ਡਿਫਰੈਂਸ ਨਹੀਂ ਆ, ਬਟ ਇਨ ਰੀਅਲ, ਠੀਕ ਹੈ, ਐਕਚੁਅਲ ਦੇ ਵਿੱਚ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਹੈ ਕਿਉਂਕਿ ਜਿਹੜਾ ਬੁੱਕ ਕੀਪਿੰਗ ਆ ਜਿਹਨੂੰ ਅਸੀਂ ਵਹੀ ਖਾਤਾ ਕਹਿੰਦੇ ਆ ਉਹ ਐਲੀਮੈਂਟਰੀ ਸਟੇਜ ਆ ਬਿਜ਼ਨਸ ਦੀ, ਠੀਕ ਹੈ। ਕਿਸੇ ਵੀ ਅਕਾਊਂਟਿੰਗ ਦੀ ਬਿਜ਼ਨਸ ਦੀ ਬਿਲਕੁਲ ਫਸਟ ਸਟੇਜ ਆ, ਜਦ ਕਿ ਅਕਾਊਂਟਿੰਗ ਆ ਜਿਹੜੀ, ਠੀਕ ਹੈ, ਉਹ ਸੈਕੰਡਰੀ ਸਟੇਜ ਆ, ਜੇ ਕਹਿ ਸਕਦੇ ਹਾਂ ਕਿ ਸੈਕਿੰਡ ਸਟੇਜ ਆ ਕਿਸੇ ਵੀ ਕੰਮ ਦੀ ਅਕਾਊਂਟਿੰਗ ਦੇ ਵਿੱਚ, ਠੀਕ ਹੈ, ਜਾਂ ਬਿਜ਼ਨਸ ਦੇ ਵਿੱਚ ਬੁੱਕ ਕੀਪਿੰਗ ਫਸਟ ਔਰ ਅਕਾਊਂਟਿੰਗ ਆ ਜਿਹੜੀ ਉਹ ਸੈਕਿੰਡ ਸਟੇਜ ਆ।
ਜਿਹੜੀ ਬੁੱਕ ਕੀਪਿੰਗ ਆ ਇਹ ਸਿਰਫ ਆਰਟ ਜਿਹੜਾ ਆਸਪੈਕਟ ਆ ਉਹਨੂੰ ਰਿਪਰਜੈਂਟ ਕਰਦੇ ਆ, ਠੀਕ ਹੈ। ਹਾਲਾਂਕਿ ਇਹ ਮੰਨਿਆ ਜਾਂਦਾ ਹੈ ਕਿ ਜਿਹੜੀ ਅਕਾਊਂਟਿੰਗ ਆ ਉਹ ਸਾਇੰਸ ਨੂੰ ਰਿਪਰਜੈਂਟ ਕਰਦੀ ਆ, ਕਿਉਂਕਿ ਇਹਦੇ ਵਿੱਚ ਯੂਨੀਵਰਸਲੀ ਐਕਸੈਪਟਡ ਜਿਹੜੇ ਰੂਲਸ ਆ, ਠੀਕ ਹੈ, ਯੂਨੀਵਰਸਲੀ ਐਕਸੈਪਟਡ ਜਿਹੜੇ ਰੂਲਸ ਆ ਉਹ ਫੋਲੋ ਕੀਤੇ ਜਾਂਦੇ ਆ ਅਕਾਊਂਟਿੰਗ ਦੇ ਵਿੱਚ। ਜਿਹੜੇ ਰੂਲਸ ਇੱਧਰ ਲਾਗੂ ਆ ਇਨ ਇੰਡੀਆ ਦੇ ਵਿੱਚ ਜਿਹੜੇ ਰੂਲਸ ਚੱਲ ਰਹੇ ਆ ਉਹੀ ਰੂਲ ਫੋਰਨ ਦੀਆਂ ਜਿੰਨੀਆਂ ਵੀ ਕੰਟਰੀਜ਼ ਆ, ਜਿੰਨੇ ਵੀ ਨੇਸ਼ਨ ਆ, ਉਹਨਾਂ ਦੇ ਵਿੱਚ ਫੋਲੋ ਕੀਤੇ ਜਾਂਦੇ ਆ। ਤੁਸੀਂ ਦੇਖੋਗੇ ਕਿ ਮੋਸਟ ਆਫ ਦੀ ਸਟੱਡੀਜ਼ ਆ ਜਿਹੜੀਆਂ ਫੋਰਨ ਦੇ ਵਿੱਚ ਡਿਫਰੈਂਟ ਕਰ ਜਾਂਦੀਆਂ, ਕਿਉਂਕਿ ਇੰਡੀਆ ਦੀ ਸਟੱਡੀ ਔਰ ਵੈਸਟਰਨ ਸਟੱਡੀ ਦਾ ਜਿਹੜਾ ਡਿਫਰੈਂਸ ਆ ਉਹ ਆਟੋਮੈਟਿਕਲੀ ਦੇਖਣ ਨੂੰ ਮਿਲ ਜਾਂਦਾ। ਬਟ ਅਗਰ ਤੁਸੀਂ ਅਕਾਊਂਟਸ ਦੀ ਗੱਲ ਕਰੋ, ਠੀਕ ਹੈ, ਜਿਹੜੇ ਰੂਲਸ ਔਰ ਰੈਗੂਲੇਸ਼ਨਸ ਅਕਾਊਂਟ ਦੇ ਵਿੱਚ ਇੱਧਰ ਫੋਲੋ ਕੀਤੇ ਜਾਂਦੇ ਆ, ਬਿਲਕੁਲ ਸੇਮ ਰੂਲਸ ਐਂਡ ਰੈਗੂਲੇਸ਼ਨਸ ਆ ਜਿਹੜੇ ਉਹ ਫੋਰਨ ਦੇ ਅਕਾਊਂਟਸ ਦੇ ਵਿੱਚ ਯੂਜ਼ ਕੀਤੇ ਜਾਂਦੇ ਆ। ਸੋ ਇਹ ਜਿਹੜਾ ਆਸਪੈਕਟ ਕੀ ਰਿਪਰਜੈਂਟ ਕਰ ਰਿਹਾ ਸਾਇੰਸ ਆਸਪੈਕਟ, ਕਿਉਂਕਿ ਸਾਇੰਸ ਵੀ ਇਹੀ ਮੰਨਦੀ ਆ ਕਿ ਜਿਹੜੇ ਰੂਲਸ ਯੂਨੀਵਰਸਲੀ ਐਕਸੈਪਟਡ ਹੋਣਗੇ ਉਹ ਸਾਇੰਸ ਨੂੰ ਰਿਪਰਜੈਂਟ ਕਰਦੇ ਆ। ਹਾਲਾਂਕਿ ਬੁੱਕ ਕੀਪਿੰਗ ਇੱਕ ਕਲਾ ਹੈ ਔਰ ਉਹ ਆਰਟ ਆਸਪੈਕਟ ਨੂੰ ਰਿਪਰਜੈਂਟ ਕਰਦੀ ਹੈ। ਜਿਹੜਾ ਵਰਕ ਹੋਏਗਾ ਬੁੱਕ ਕੀਪਿੰਗ ਦਾ ਉਹ ਕੀ ਕਲੈਰੀਕਲ ਦਾ ਹੋਏਗਾ, ਦਫ਼ਤਰੀ ਦਾ ਹੋਏਗਾ, ਠੀਕ ਹੈ, ਜਿਹਦੇ ਵਿੱਚ ਰਿਟਨ ਵਰਕ ਜ਼ਿਆਦਾ ਹੋਏਗਾ। ਕਲੈਰੀਕਲ ਜਿਹੜੀ ਇਨਫੋਰਮੇਸ਼ਨ ਆ ਉਹ ਜ਼ਿਆਦਾ ਡਿਸਕਸ ਕੀਤੀ ਜਾਊਗੀ, ਵੀ ਹਰ ਇੱਕ ਚੀਜ਼ ਨੂੰ ਰਿਟਨ ਰਿਕਾਰਡ ਆ ਜਿਹੜਾ ਉਹ ਕਲੈਰੀਕਲ ਵੇ ਦੇ ਵਿੱਚ ਕੀਤਾ ਜਾਊਗਾ। ਹਾਲਾਂਕਿ ਜਿਹੜਾ ਅਕਾਊਂਟਿੰਗ ਆ ਇਹਦਾ ਜਿਹੜਾ ਇੱਕ ਵਰਕ ਆ, ਠੀਕ ਹੈ, ਉਹ ਇੱਕ ਸਪੈਸ਼ਲਾਈਜ਼ਡ ਨੇਚਰ ਦਾ ਹੋਊਗਾ, ਵਿਸ਼ੇਸ਼ ਨੇਚਰ ਦਾ ਹੋਊਗਾ, ਜਿਹਦੇ ਵਿੱਚ ਇੱਕ ਬਹੁਤ ਹੀ ਖਾਸ ਮੈਨਰ ਦੇ ਦੁਆਰਾ ਅਕਾਊਂਟਿੰਗ ਸਿਸਟਮ ਆ ਜਿਹੜੇ ਉਹ ਡਿਜ਼ਾਈਨ ਕੀਤੇ ਜਾਂਦੇ ਆ, ਜਿਹਦੇ ਵਿੱਚ ਅਕਾਊਂਟ ਦੀਆਂ ਬੈਲੈਂਸ ਸ਼ੀਟ ਹੋ ਸਕਦੀਆਂ, ਠੀਕ ਹੈ, ਜੋ ਅੱਜ ਕੱਲ੍ਹ ਕੰਪਿਊਟਰਾਈਜ਼ ਦੇਖਣ ਨੂੰ ਮਿਲ ਜਾਂਦੀਆਂ। ਪਹਿਲਾਂ ਕੀ ਹੁੰਦਾ ਸੀਗਾ, ਬੁੱਕਸ 'ਤੇ ਨੋਟ ਕੀਤਾ ਜਾ ਸਕਦਾ ਸੀ, ਬਟ ਅੱਜ ਦੇ ਟਾਈਮ ਦੇ ਵਿੱਚ ਸਾਡੇ ਕੋਲ ਟੈਕਨੋਲੋਜੀ ਬਹੁਤ ਫਾਸਟ ਆ, ਸੋ ਉਹ ਚੀਜ਼ਾਂ ਨੂੰ ਕੰਪਿਊਟਰਾਈਜ਼ਡ ਵੀ ਕੀਤਾ ਜਾ ਸਕਦਾ ਔਰ ਸਪੈਸ਼ਲਾਈਜ਼ਡ ਨੇਚਰ ਦੇ ਨਾਲ ਉਹਨੂੰ ਲੈ ਕੇ ਆਂਦਾ ਜਾ ਸਕਦਾ ਅਲੱਗ-ਅਲੱਗ ਡਿਜ਼ਾਈਨ ਦੇ ਨਾਲ, ਠੀਕ ਹੈ। ਸੋ ਇਹ ਕਹਿ ਸਕਦੇ ਕਿ ਕਲੈਰੀਕਲ ਨੇਚਰ ਦੇ ਨਾਲ ਆ, ਇਹ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈ ਸਪੈਸ਼ਲਾਈਜ਼ਡ ਨੇਚਰ ਦੇ ਨਾਲ। ਫੋਰਥ ਡਿਫਰੈਂਸ ਹੋਏਗਾ ਇਟ ਲੀਡਸ ਟੂ ਦਾ ਪ੍ਰੈਪਰੇਸ਼ਨ ਆਫ ਟਰਾਇਲ ਬੈਲੈਂਸ। ਇਹਦੇ ਵਿੱਚ ਟਰਾਇਲ ਬੈਲੈਂਸ ਬਣਾਇਆ ਜਾਂਦਾ, ਠੀਕ ਹੈ, ਅਲੱਗ-ਅਲੱਗ ਅਕਾਊਂਟਸ ਨੇ, ਠੀਕ ਹੈ, ਟਰਾਇਲ ਬੈਲੈਂਸ ਨੂੰ ਇਹਦੇ ਵਿੱਚ ਕ੍ਰੀਏਟ ਕੀਤਾ ਜਾਂਦਾ। ਪਰ ਜਦੋਂ ਗੱਲ ਕਰਦੇ ਹਾਂ ਅਸੀਂ ਅਕਾਊਂਟਿੰਗ ਦੀ, ਅਕਾਊਂਟਿੰਗ ਦੇ ਵਿੱਚ ਸਿਰਫ ਟਰਾਇਲ ਬੈਲੈਂਸ ਨਹੀਂ ਪ੍ਰਪੇਅਰ ਕੀਤਾ ਜਾਂਦਾ, ਇਹਦੇ ਵਿੱਚ ਮੇਨ ਚੀਜ਼ਾਂ ਕਿਹੜੀਆਂ ਪ੍ਰਪੇਅਰ ਕੀਤੀਆਂ ਜਾਂਦੀਆਂ, ਪ੍ਰੋਫਿਟ ਐਂਡ ਲੋਸ ਅਕਾਊਂਟ, ਠੀਕ ਹੈ, ਬੈਲੈਂਸ ਸ਼ੀਟ। ਇਹ ਦੋ ਚੀਜ਼ਾਂ ਜਿਹੜੀਆਂ ਮਸਟ ਪ੍ਰਪੇਅਰ ਕੀਤੀਆਂ ਜਾਂਦੀਆਂ ਜੋ ਬਿਜ਼ਨਸ ਦੀ ਫਾਈਨੈਂਸ਼ੀਅਲ ਕੰਡੀਸ਼ਨ ਨੂੰ ਰਿਪਰਜੈਂਟ ਕਰਦੀਆਂ ਕਿ ਬਿਜ਼ਨਸ ਦੀ ਅਸਲ ਕੰਡੀਸ਼ਨ ਪ੍ਰੋਫਿਟ ਔਰ ਲੋਸ ਦੇ ਵਿੱਚੋਂ ਕੀ ਆ, ਜਾਂ ਤਾਂ ਪ੍ਰੋਫਿਟ ਹੋ ਸਕਦੀ ਆ ਜਾਂ ਕੀ ਹੋ ਸਕਦੀ ਆ ਲੋਸ। ਇਟ ਇਜ਼ ਡਨ ਔਨ ਦਾ ਬੇਸਿਸ ਆਫ ਰੂਲਸ ਐਂਡ ਰੈਗੂਲੇਸ਼ਨ। ਇਹਨੂੰ ਰੂਲਸ ਔਰ ਰੈਗੂਲੇਸ਼ਨ ਦੇ ਨਾਲ ਜਿਹੜਾ ਦੇਖਿਆ ਜਾਂਦਾ ਔਰ ਇਹਦੇ ਉੱਪਰ ਜਿੰਨੇ ਵੀ ਰੂਲਸ ਔਰ ਰੈਗੂਲੇਸ਼ਨਸ ਆ ਉਹ ਲਗਾਏ ਜਾਂਦੇ ਆ ਆਰਗੇਨਾਈਜੇਸ਼ਨ ਦੇ, ਠੀਕ ਹੈ। ਇਹਦੇ ਵਿੱਚ ਹੁੰਦੇ ਆ ਕੋਈ ਵੀ ਨੈਸੈਸਰੀ ਰੂਲਸ ਆ ਜਿਹੜੇ ਉਹ ਕਿਸੇ ਵੀ ਤਰੀਕੇ ਦੀ ਆਰਗੇਨਾਈਜੇਸ਼ਨ 'ਤੇ ਆਪਾਂ ਕਹਿ ਸਕਦੇ ਹਾਂ ਨਹੀਂ ਲਗਾਏ ਜਾ ਸਕਦੇ, ਕਿਉਂਕਿ ਇਹਦੇ ਵਿੱਚ ਸਾਰੇ ਰੂਲਸ ਆ ਹਰੇਕ ਟਾਈਪ ਦੀ ਆਰਗੇਨਾਈਜੇਸ਼ਨ ਦੇ ਲਈ ਸੇਮ ਆ। ਜਿਹੜੀ ਬੁੱਕ ਕੀਪਿੰਗ ਆ ਉਹ ਕੀ ਇਨਵੋਲਵ ਕਰਦੀ ਆ, ਚੀਜ਼ਾਂ ਦੀਆਂ ਜਿਹੜੀਆਂ ਰਿਕਾਰਡਿੰਗ ਆ ਉਹਨਾਂ ਨੂੰ ਇਨਵੋਲਵ ਕਰਦੀ ਹੈ, ਜਿਹਦੇ ਵਿੱਚ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਆ ਬਿਜ਼ਨਸ ਦੀਆਂ ਉਹ ਰਿਕਾਰਡ ਕੀਤੀਆਂ ਜਾਂਦੀਆਂ ਅਲੱਗ-ਅਲੱਗ ਬੁੱਕਸ ਆਫ ਅਕਾਊਂਟ ਦੇ ਵਿੱਚ। ਹਾਲਾਂਕਿ ਜਿਹੜੀ ਅਕਾਊਂਟਿੰਗ ਆ ਉਹ ਸਮਰਾਈਜ਼ ਕਰਦੀ ਹੈ ਜਿਹੜੀਆਂ ਵੀ ਸਾਡੀਆਂ ਰਿਕਾਰਡਡ ਟ੍ਰਾਂਜੈਕਸ਼ਨਸ ਹੋਣਗੀਆਂ, ਜਿਹਦੇ ਵਿੱਚ ਅਸੀਂ ਵੈਲਿਊ ਨੂੰ ਕਮਿਊਨੀਕੇਟ ਕਰਦੇ ਹਾਂ, ਰਿਜ਼ਲਟ ਕਮਿਊਨੀਕੇਟ ਕਰਦੇ ਹਾਂ, ਨਾ ਕਿ ਅਸੀਂ ਸਿਰਫ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਦੇ ਹਾਂ। ਇੱਥੇ ਵੈਲਿਊਜ਼ ਕਮਿਊਨੀਕੇਟ ਵੀ ਹੁੰਦੀਆਂ, ਇੱਥੇ ਰਿਜ਼ਲਟ ਦੀ ਡਿਸਕਸ਼ਨ ਵੀ ਹੁੰਦੀ ਆ, ਠੀਕ ਹੈ। Seventh, only elementary knowledge is required. After +2 anyone can become bookkeeper, ਠੀਕ ਹੈ। +2 ਕਰਨ ਤੋਂ ਬਾਅਦ ਕੋਈ ਵੀ ਜਿਹੜਾ ਪਰਸਨ ਹੋਏਗਾ ਜਾਂ ਸਿੰਪਲ ਐਲੀਮੈਂਟਰੀ ਐਜੂਕੇਸ਼ਨ ਤੋਂ ਬਾਅਦ ਕੋਈ ਵੀ ਪਰਸਨ ਆ ਜਿਹੜਾ ਉਹ ਬੁੱਕ ਕੀਪਿੰਗ ਦੀਆਂ ਐਂਟਰੀਜ਼ ਨੂੰ ਆਸਾਨੀ ਦੇ ਨਾਲ ਰਿਕਾਰਡ ਕਰ ਸਕਦਾ। ਬਟ ਹਾਇਰ ਨੌਲੇਜ ਆ ਜਿਹੜੀ ਉਹ ਚਾਹੀਦੀ ਹੋਊਗੀ ਕਿਸੇ ਵੀ ਐਨਾਲੀਟੀਕਲ ਸਕਿੱਲ ਨੂੰ ਗੇਨ ਕਰਨ ਦੇ ਲਈ। ਇੱਕ ਹਾਇਰ ਸਪੈਸ਼ਲਾਈਜ਼ਡ ਪਰਸਨ ਬਣਨ ਤੋਂ ਪਹਿਲਾਂ ਚਾਰਟਰਡ ਅਕਾਊਂਟੈਂਟ ਦੀ ਡਿਗਰੀ ਦਾ ਹੋਣਾ ਕੰਪਲਸਰੀ ਹੈ, ਜੋ ਕਿ ਅਕਾਊਂਟਿੰਗ ਦੇ ਵਿੱਚ ਹੁੰਦੀ ਹੈ, ਠੀਕ ਹੈ। ਇਸ ਤੋਂ ਇਹ ਸਾਰੇ ਜਿਹੜੇ ਕੰਸੈਪਟ ਆ ਇਹ ਕੀ ਦਰਸਾ ਰਹੇ ਆ ਕਿ ਦੋਨੋਂ ਪੁਆਇੰਟਸ ਆ ਜਿਹੜੇ ਬੁੱਕ ਕੀਪਿੰਗ ਔਰ ਅਕਾਊਂਟਿੰਗ ਆ ਜਿਹੜੇ ਆਪਸ ਦੇ ਵਿੱਚ ਬਹੁਤ ਡਿਫਰੈਂਟ ਨੇ। ਸੋ these are the main topic of your today class. I hope you understand it very well, ठीक है। After watching this video, please tell me about your responses if you understand properly. So give me your response. Thank you. Have a nice day.